पंजाब मेल टीवी यूएसए देख रहे सारे दर्शकों का स्वागत है। मैं तेजपाल सिंह मनहास से लैके हाज़र हाँ प्रोग्राम खबर जंक्शन। सरदार नरेंद्र सिंह सत्ती हुणी स्टूडियो पहुँच चुके हैं। उन्होंने जी आया कहिए तो प्रोग्राम शुरू करिए। सत्ती साहब जी आया नूं सत श्री अकाल जी। सत श्री अकाल जी। सत्ती साहब पंजाबी के बहुत ही सिरमौर शायर ने सुरजीत पात्र हुणी जी। उन्होंने एक शेर है, वो कहते उस दियां गल्लां सुनो की रंग ते की रोशनी, हाय पर गलबात ते किरदार विचला फासला। जी। जो अजोकी सियासत है, जो वो कहती है वो करती नहीं। गल करते आ दिल्ली दी ते पहुंचे दखण हुंदे आ। जी जी है ना। पंजाब की सियासत जदों असीं आउंदे आ उदों ये लोग ये शो करते हैं भी असीं बहुत पंजाब के हितैषी हाँ, सानूं पंजाब का बड़ा ख्याल आ जी। मुहम्मद सदीक हुणी तुहानूं पता MP है। बिल्कुल जी। लोक सभा दे विच वो एक प्रश्न पुछदे आ, कहंदे भी जिहड़ा टिड्डी दल का हमला होया पिछले साल, उधरों करोना सी उधरों टिड्डी दल सी, ते वो जिहड़ा टिड्डी दल का हमला होया उहदे तो बाद जिहड़ा मुआवजा बनदा है पंजाब दे कुछ किसानां दा जिहड़ा नुकसान होया, वो मुआवजा जिहड़ा पंजाब दे किसानां नूं नहीं मिलिया। ते अग्गों जो उत्थे दे राज मंत्री आ उन्हां दा उत्तर भी बड़ा मज़ेदार सी। वो जरा दसो साडे दर्शकों नूं भी वो है की सी, ते जे इदां आ तो फिर मतलब तुसीं ये क्यों शो करदे आ भी सानूं तुहाडा बहुत ख्याल आ लोकां नूं। जी तेजपाल जी, जिहड़ा तुसीं शायर सुरजीत पात्र होरां दा शेर सुनाया ना, जी जी जी, ਉਹਦਾ ਇੱਕ ਬੰਦੇ ਵੀ ਆ ਪਈ ਇਸ ਤਰ੍ਹਾਂ ਹੈ जिस तरह दिन रात विचला फासला, जी जी, मेरियां रीझां मेरी औकात विचला फासला। बिल्कुल जी। सो ਗੱਲ ਆਪਾਂ ਕਰਦੇ ਆ ਉਹਨਾਂ ਦੇ ਲੋਕ ਸਭਾ ਵਿੱਚ ਸਵਾਲ ਰੱਖਣ ਦੀ। जी। ਪਹਿਲੀ ਗੱਲ ਤਾਂ ਬਹੁਤ ਸਾਨੂੰ ਇੱਕ ਤਰ੍ਹਾਂ ਨਾਲ MP ਸਾਹਿਬਾਨ ਤੇ ਇਹ ਆਸ ਹੁੰਦੀ ਆ ਵੀ ਉਹ ਸਾਡੇ ਮਸਲਿਆਂ ਨੂੰ ਉਭਾਰਨ, ਰੌਲਾ ਰੱਪਾ ਪਾਉਣ। ਤੇ ਆਮ ਤੌਰ ਤੇ MP ਉੱਥੇ ਜਾ ਕੇ ਮੂੰਹ ਤੇ ਟੇਪ ਲਾ ਕੇ ਬੈਠੇ ਰਹਿੰਦੇ ਆ ਤੇ ਬਹੁਤੇ ਜਿਹੜੇ ਸੈਸ਼ਨ ਹੁੰਦੇ ਆ ਉਹਨਾਂ 'ਚੋਂ ਗੈਰ ਹਾਜ਼ਰੀ ਰਹਿੰਦੇ ਆ। ਨਹੀਂ ਉਹ ਸਨੂਜ਼ ਵੀ ਕਰਦੇ ਆ ਉੱਥੇ, ਦੇ ਆਰ ਸਨੂਜ਼ਿੰਗ। ਬਿਲਕੁਲ ਜੀ। ਤਾਂ ਮੁਹੰਮਦ ਸਦੀਕ ਹੋਰੀ ਦੇਖੋ ਸਾਡੇ ਗਾਇਕੀ 'ਚ ਵੱਡੀ ਪਛਾਣ ਰੱਖਦੇ ਨੇ। ਬਿਲਕੁਲ। ਉਹ ਸਵਾਲ ਕਰਦੇ ਆ ਵੀ ਟਿੱਡੀ ਦਲ ਦਾ ਮੁਆਵਜ਼ਾ ਨਹੀਂ ਮਿਲਿਆ। ਲੋਕਸਟ ਜਿਹਨੂੰ ਅੰਗਰੇਜ਼ੀ 'ਚ ਆਪਾਂ ਕਹਿੰਦੇ ਆ, ਪੂਰੇ ਦੇ ਪੂਰੇ ਖੇਤ ਮੀਲਾਂ ਬੱਧੀ ਚਟਮ ਕਰ ਜਾਂਦੇ ਆ ਜਿਹੜੇ ਟਿੱਡੇ ਨੇ। ਠੀਕ ਹੈ। ਬਿਲਕੁਲ। ਡਾਇਆਮੀਟਰ ਬਹੁਤ ਹੁੰਦਾ। ਹਾਂ, ਡਾਇਆਮੀਟਰ ਬੜਾ ਹੁੰਦਾ ਔਰ ਉਹ ਜਦੋਂ ਉੱਡਦੇ ਆ ਤਾਂ ਉਹ ਲੱਗਦਾ ਵੀ ਬੱਦਲ ਮਤਲਬ ਹੋ ਗਏ ਨੇ। ਠੀਕ ਹੈ। ਤਾਂ ਗੱਲ ਕੀ ਹੈ ਵੀ ਜਿਹੜਾ ਉੱਥੋਂ ਰਾਜ ਮੰਤਰੀ ਨੇ ਜਵਾਬ ਦਿੱਤਾ ਜੀ, ਉਹ ਸੁਣਨ ਵਾਲਾ ਔਰ ਤੁਸੀਂ ਹੈਰਾਨ ਹੋਵੋਗੇ ਵੀ ਇਸ ਗੱਲ ਨੂੰ ਕਿੰਨਾ ਅਰਸਾ ਹੋ ਗਿਆ ਪੰਜਾਬ 'ਚ ਟਿੱਡੀ ਦਾ ਲਾਏ ਨੂੰ, ਕਿੰਨਾ ਨੁਕਸਾਨ ਹੋ ਗਿਆ ਜ਼ਿਮੀਂਦਾਰਾਂ ਦਾ। ਬਿਲਕੁਲ। ਤੇ ਪੰਜਾਬ ਸਰਕਾਰ ਨੇ, ਕੇਂਦਰੀ ਰਾਜ ਮੰਤਰੀ ਦਾ ਇਹ ਕਹਿਣਾ ਆ ਵੀ ਪੰਜਾਬ ਸਰਕਾਰ ਨੇ ਅਜੇ ਤੱਕ ਸਾਨੂੰ ਫਾਈਲ ਹੀ ਨਹੀਂ ਭੇਜੀ। ਫਾਈਲ ਕਿੱਥੇ ਆ ਜੀ। ਸੋ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ, ਆਮ ਇਹ ਲੋਕ ਕਹਿੰਦੇ ਨੇ, ਸਰਕਾਰ ਦੇ ਲੋਕ ਵੀ ਤੇ ਬਾਹਰਲੇ ਲੋਕ ਵੀ, ਭਈ ਉਹ ਆਪਣਾ ਬਹੁਤਾ ਸਮਾਂ ਜਿਹੜਾ ਆ ਉਹ ਜਿਹੜਾ ਆਰਾਮਦਾਇਕ ਜ਼ਿੰਦਗੀ ਉਹ ਜਿਉਂਦੇ ਨੇ। ਹੁਣ ਪਿਛਲੇ ਦਿਨੀ ਛੁੱਟੀਆਂ ਕੱਟਣ ਉਧਰ ਕੰਡਿਆਲੀ ਗਏ ਹੋਏ ਹਿਮਾਚਲ 'ਚ ਸ਼ਿਮਲੇ ਲਾਗੇ, ਤੇ ਜਾਂ ਉਹ ਆਪਣੇ ਮਹਿਲਾਂ 'ਚੋਂ ਨਹੀਂ ਨਿਕਲਦੇ। ਕਰੋਨਾ ਪੀਰੀਅਡ 'ਚ ਸਾਲ ਹੋ ਗਿਆ ਵੀ ਉਹਨਾਂ ਦੀ ਪਬਲਿਕ ਅਪੀਅਰੈਂਸ ਹੀ ਨਹੀਂ ਹੈਗੀ, ਨਾ ਦਫ਼ਤਰ ਬੈਠਦੇ ਨਾ ਘਰ ਲੋਕਾਂ ਨੂੰ ਮਿਲਦੇ ਨੇ। ਤਾਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਪਹਿਲਾਂ ਉਹ MLA ਸੀ ਪੰਜਾਬ ਦੇ, ਤਾਂ ਬਾਅਦ 'ਚੋਂ MP ਬਣ ਗਏ। ਅੱਜ ਕੱਲ੍ਹ MP ਨੇ ਤਾਂ ਇੱਕ ਵਾਰੀ ਕੁਛ ਲੋਕਾਂ ਨੂੰ ਨਾਲ ਲੈ ਕੇ ਮਿਲਣ ਚੱਲ ਗਿਆ ਘਰ ਜੀ, ਤੇ ਪਹਿਲਾਂ ਤਾਂ ਬਹਾ ਰੱਖਿਆ ਬਹੁਤ ਚਿਰ। ਜਦੋਂ ਉੱਠਦੇ ਆ ਤਾਂ ਉਹ ਕਹਿੰਦੇ ਕੰਮ another time, ਹੈ ਨਾ। ਸੋ ਜਿਹੜੇ ਆਪਣੇ MP MLA ਨਾਲ ਇਹੋ ਜਿਹਾ ਸਲੂਕ ਕਰਦੇ ਆ, ਫਾਈਲਾਂ ਦੱਬੀਆਂ ਰਹਿੰਦੀਆਂ। ਬਿਲਕੁਲ। 17 ਦੇ ਵਿੱਚ ਕਮੇਟੀ ਬਣਦੀ, ਆਪਾਂ ਗੱਲ ਪਹਿਲਾਂ ਵੀ ਕੀਤੀ ਇਸ ਪ੍ਰੋਗਰਾਮ ਦੇ ਵਿੱਚ, ਜਿਹੜੀ ਖੁਦਕੁਸ਼ੀਆਂ ਕਿਸਾਨਾਂ ਦੀ ਹਾਲਤ ਬਾਰੇ, ਮਜ਼ਦੂਰਾਂ ਦੀ ਹਾਲਤ ਬਾਰੇ ਮਾਲਵੇ ਦੀ ਸਟੱਡੀ ਕਰਦੀ ਸੀ। ਬਿਲਕੁਲ ਸਹੀ ਗੱਲ ਹੈ। ਜਿਹਦੇ ਵਿੱਚ ਵਿਰੋਧੀ ਧਿਰਾਂ ਦੇ ਹਰਿੰਦਰਪਾਲ ਚੰਦੂ ਮਾਜਰਾ ਹੋਰੀ, ਉਧਰੋਂ ਮਾਨਸ਼ਾਹੀਆ ਹੋਰੀ ਮੈਂਬਰ ਸੀ। ਉਹ 17 ਤੋਂ ਕਮੇਟੀ ਬਣਦੀ, 19 'ਚ ਆਪਣੀ ਰਿਪੋਰਟ ਦੇ ਦਿੰਦੀ ਆ। ਬਿਲਕੁਲ। 2 ਸਾਲ ਹੋ ਗਏ, ਹੁਣ 21 ਆ ਗਿਆ, ਜਿਹੜਾ ਲਾਸਟ ਬਜਟ ਸੈਸ਼ਨ ਵੀ ਨਿਕਲ ਗਿਆ, ਉਹਦੇ ਤੇ ਵੀ ਚਰਚਾ ਨਹੀਂ ਕਰਵਾਈ। ਸੋ ਇਹ ਦੋਹਰੇ ਮਾਪਦੰਡ, ਦੋਹਰਾ ਕਿਰਦਾਰ ਪੰਜਾਬ ਸਰਕਾਰ ਦਾ ਹੈਗਾ। ਇੱਕ ਬੰਨੇ ਤਾਂ ਕਹਿੰਦੇ ਆ ਜੀ ਅਸੀਂ ਕਿਸਾਨਾਂ ਦੇ ਹਿਤੈਸ਼ੀ ਆ,
ਕਿਸਾਨਾਂ ਦੀਆਂ ਫਸਲਾਂ ਦਾ ਲੱਖਾਂ ਕਰੋੜਾਂ 'ਚ ਨੁਕਸਾਨ ਹੋ ਚੁੱਕਾ। ਉਹ ਫਾਈਲ ਤਾਂ ਮਤਲਬ ਅਜੇ ਤੱਕ ਉਹ ਦਿੱਲੀ ਨਹੀਂ ਪਹੁੰਚਾਈ। ਹੁਣ ਜਿਹੜੀ ਆਪਾਂ ਗੱਲ ਕਰਦੇ ਸੀ ਵੀ ਗੱਲਬਾਤ ਤੇ ਕਿਰਦਾਰ ਦੀ ਆਪਾਂ ਗੱਲ ਕਰਦੇ ਹਾਂ, ਦੋਵੇਂ ਅਲੱਗ-ਅਲੱਗ ਨੇ। ਜਦੋਂ ਆਪਾਂ FCI ਦਾ ਜਿਹੜਾ ਆ ਸੰਦੇਸ਼ ਆਇਆ ਸੀ, ਜੋ ਹੁਕਮ ਉਹਨੇ ਭੇਜਿਆ FCI ਜੀ ਡਾਇਰੈਕਟ ਡਿਪੋਜ਼ਿਟ, ਉਹਦੇ ਲਈ ਵੀ ਹਦਾਇਤਾਂ ਦਿੰਦੇ ਆ ਵੀ ਆਪਣੀਆਂ ਉਹ ਫਰਦਾਂ ਜਿਹੜੀਆਂ ਜ਼ਮੀਨ ਦੀਆਂ ਅਪਲੋਡ ਕਰੋ। ਹਾਂ, ਉਹ ਫਿਰ ਵਿਰੋਧ ਜਿਹਾ ਹੋਣਾ ਸ਼ੁਰੂ ਹੋਇਆ ਤੇ ਫਿਰ ਉਹ ਵਾਪਸ ਲਈਆਂ ਹਦਾਇਤਾਂ। ਨਹੀਂ ਤਾਂ ਹੁਣ ਕਹਿੰਦੇ ਅਸੀਂ ਕੇਂਦਰ ਨਾਲ ਗੱਲ ਕਰਾਂਗੇ। ਬਿਲਕੁਲ। ਉਹ ਸੋ ਮੈਂ ਜਿਹੜਾ ਲੋਕ ਕਹਿੰਦੇ ਆ ਨਾ ਵੀ ਆਪਣੇ ਪੁੱਤਰ ਨੂੰ ਰਾਜਾ ਸਾਹਿਬ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸ਼ਿਕੰਜੇ ਚੋਂ ਬਚਾਉਣ ਲਈ ਜੀ ਅੰਦਰ ਖਾਤੇ ਕੇਂਦਰ ਸਰਕਾਰ ਦੀ ਹਮਾਇਤ ਕਰਦੇ ਨੇ, ਠੀਕ ਹੈ। ਪਰਚੇ ਵੀ ਦਰਜ, ਪਹਿਲਾਂ ਰਿਲਾਇੰਸ ਦੇ ਟਾਵਰ ਲੋਕਾਂ ਨੇ ਤੋੜ ਭੰਨ ਕੀਤੀ, ਬਿਲਕੁਲ, ਸ਼ਾਇਦ ਕਿੰਨਾ ਚਿਰ ਮਹੀਨਾ ਚੱਲਦਾ ਰਿਹਾ। ਜੀ ਫਿਰ ਪੁਲਿਸ ਮੁਖੀਆਂ ਨੂੰ ਹਦਾਇਤਾਂ ਕਰਦੇ ਰਾਜਾ ਸਾਹਿਬ ਭਈ ਜਿਹੜਾ ਆ ਲੋਕਾਂ ਨੂੰ ਰੋਕੋ, ਪਰਚੇ ਦਰਜ ਕਰੋ। ਫਿਰ ਇਹ ਬਹਾਨਾ ਬਣਾਉਂਦੇ ਆ ਪੰਜਾਬ ਸਰਕਾਰ, ਲੋਕਾਂ ਨੂੰ ਸਮਝਾਉਣ ਤੁਰਦੀ ਆ ਵੀ ਤੁਹਾਡੇ ਬੱਚੇ ਕਿਉਂਕਿ ਅੱਜ ਕੱਲ੍ਹ ਆਨਲਾਈਨ ਪੜ੍ਹਦੇ ਆ, ਤੁਹਾਡਾ ਹੀ ਨੁਕਸਾਨ ਹੋਣਾ, ਠੀਕ ਹੈ। ਬਿਜਲੀ ਬੋਰਡ ਉਹ ਸਾਰਾ ਜੀਓ। ਹਾਂ, ਹੁਣ ਆ ਜਾਈਏ ਆਪਾਂ ਵੀ ਬਿਜਲੀ ਬੋਰਡ ਨੂੰ ਹਦਾਇਤਾਂ ਕਰਤੇ ਆ ਭਈ ਉਹਦਾ ਵਿਰੋਧ ਹੋ ਰਿਹਾ ਰੋਜ਼ ਲੋਕ ਧਰਨੇ ਮੁਜ਼ਾਹਰੇ ਕਰ ਰਹੇ ਨੇ, ਦੇ ਰਹੇ ਆ ਭਈ ਅਸੀਂ ਨਹੀਂ ਲੈਣੇ ਜੀਓ ਦੇ ਸਿਮ, ਵੀ ਜੀਓ ਦੇ ਸਿਮ ਲਵੋ। ਸੋ ਕਿੱਥੇ ਖੜੀ ਆ ਪੰਜਾਬ ਸਰਕਾਰ ਜੀ। ਸੋ ਇਹ ਤੋਂ ਇਹੀ ਸਿੱਧ ਹੁੰਦਾ ਭਈ ਜਾਂ ਤਾਂ ਕੇਂਦਰ ਸਰਕਾਰ ਤੋਂ ਡਰਦੀ ਆ ਜਾਂ ਅੰਦਰ ਖਾਤੇ ਉਹਦੇ ਨਾਲ ਰਲੀ ਹੋਈ ਆ, ਯਾਰੀ ਦੋਸਤੀ ਪੁਗਾ ਰਹੇ ਨੇ। ਬਿਲਕੁਲ। ਹੁਣ ਆਈਏ ਆਪਾਂ ਇੱਕ ਜਿਹੜਾ ਬਹੁਤ ਚਰਚਿਤ ਮਾਮਲਾ ਆ ਔਰ ਜਿਹਨੇ ਪੰਜਾਬ ਦੇ ਆਮ ਵਸਨੀਕ ਧਰਮਾਂ ਤੋਂ ਉੱਪਰ ਉੱਠ ਕੇ ਹਰੇਕ ਵਸਨੀਕ ਦੇ ਦਿਲ ਨੂੰ ਵਲੂੰਦਰਿਆ ਜੀ, ਉਹ ਸੀਗੀ ਜਿਹੜੀ ਬੇਅਦਬੀ ਹੋਈ ਗੁਰੂ ਗ੍ਰੰਥ ਸਾਹਿਬ ਦੀ ਜੀ। ਉਹਦੇ ਵਿੱਚ ਫਿਰ ਤੁਹਾਨੂੰ ਪਤਾ ਬਾਈਬਲ ਕਲਾਂ ਤੇ ਕੋਟਕਪੂਰੇ ਗੋਲੀकांड ਜਿਹੜਾ ਹੋਇਆ ਉਹਦੇ ਬਾਰੇ ਆਪਾਂ ਕਈ ਵਾਰ ਗੱਲ ਕਰ ਚੁੱਕੇ ਹਾਂ। ਤੇ ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਹੁਣੀ ਕਿਹਾ, ਕਹਿੰਦੇ ਉਹਦੀ ਜਾਂਚ ਪੂਰੀ ਹੋ ਗਈ। ਕੀ ਵਾਕਿਆ ਹੋ ਗਈ ਹੈ ਜਾਂ ਹਾਲੇ ਵੀ? ਹਾਂਜੀ, ਦੇਖੋ SIT ਦੀ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਜਿਹਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਪੰਜਾਬ 'ਚ ਜਿਨ੍ਹਾਂ ਦਾ ਇਮਾਨਦਾਰੀ ਲਈ ਲੋਕ ਉਦਾਹਰਨਾਂ ਦਿੰਦੇ ਨੇ, ਬਿਲਕੁਲ, ਵੀ ਇਮਾਨਦਾਰ ਹੋਵੇ ਤਾਂ ਕੁੰਵਰ ਵਿਜੇ ਪ੍ਰਤਾਪ ਵਰਗਾ ਹੋਵੇ। ਬਿਲਕੁਲ ਸਹੀ ਗੱਲ ਹੈ। ਸ਼ਾਇਦ ਇਹੀ ਵਜ੍ਹਾ ਸੀ ਵੀ ਸਮੇਧ ਸੈਣੀ ਵਰਗੇ ਜਾਂ ਹੋਰ ਜਿਹੜੇ ਅਫਸਰ ਆ, ਇੱਕ SHO ਜਿਹੜਾ ਇਸ ਮਸਲੇ 'ਚ ਫਸਿਆ ਸੀਗਾ, ਉਹਨਾਂ ਤੋਂ ਰਿਟਾਂ ਪਾਉਂਦੇ ਆ ਭਈ ਇਹਨਾਂ ਨੂੰ SIT ਦੇ ਮੁਖੀ ਵਜੋਂ ਹਟਾਇਆ ਜਾਵੇ। ਕਿਉਂ ਹਟਾਇਆ ਜਾਵੇ? ਕਿਸੇ ਨਾਲ ਲਿਹਾਜ਼ ਨਹੀਂ ਕਰਦੇ। ਹੁਣ ਰਿਪੋਰਟ ਹਾਲੇ ਸੱਚ ਸਾਹਮਣੇ ਤਾਂ ਨਹੀਂ ਆਈ, ਪਰ ਜੋ ਗੱਲਾਂ ਸਾਹਮਣੇ ਆਈਆਂ ਨੇ ਉਹ ਇਹੀ ਆ ਵੀ ਡੇਰਾ ਮੁਖੀ ਰਾਮ ਰਹੀਮ ਸਿੰਘ ਨੂੰ ਜੀ ਮੁਆਫੀ ਦੇਣ ਤੋਂ ਬਾਅਦ ਇਹ ਕਾਂਡ ਵਾਪਰਦੇ ਨੇ ਬਾਈਬਲ ਕਲਾਂ ਵਾਲੇ। ਦੂਸਰਾ ਇਹ ਭਈ ਸਰਕਾਰ ਉਦੋਂ ਕਿਹਨਾਂ ਦੀ ਸੀ? ਅਕਾਲੀਆਂ ਦੀ ਸਰਕਾਰ ਸੀ। ਬਿਲਕੁਲ ਸਹੀ ਗੱਲ। ਉਹ ਢੋਂਗ ਰਚਦੇ ਆ, ਗੁਰੂ ਗੋਬਿੰਦ ਸਿੰਘ ਵਾਂਗਰਾਂ ਅੰਮ੍ਰਿਤ ਜਿਹੜਾ ਆ ਜੋ ਸਿਰਸੇ ਦੇ ਸਾਧ ਨੇ ਉਹ ਲੋਕਾਂ ਨੂੰ ਕਿੱਦਾਂ ਜਾਣੀ ਕਿ ਇੱਕ ਤਰ੍ਹਾਂ ਦਾ ਉੱਲੂ ਬਣਾਉਣ ਵਾਲੀ ਗੱਲ ਸੀ। ਬਿਲਕੁਲ। ਤੇ ਪੰਜਾਬ ਸਰਕਾਰ ਉਹਦੀ ਹਮਾਇਤ ਕਰਦੀ ਆ। ਸਾਡੇ ਇੱਥੇ ਪੰਜਾਬੀਅਤ ਦਾ ਰੌਲਾ ਪਾਉਣ ਵਾਲੀਆਂ ਅਖਬਾਰਾਂ 'ਚ ਇਸ਼ਤਿਹਾਰ ਵੀ ਛਪਦੇ ਨੇ ਜਿਸ ਦਿਨ ਉਹਨੇ ਇਹ ਢੋਂਗ ਰਚਿਆ ਸੀ, ਸਾਂਗ ਰਚਿਆ ਸੀ। ਸੋ ਅਜੇ ਤੱਕ ਇੰਨੀ ਕੀ ਗੱਲ ਸਾਹਮਣੇ ਆਈ ਆ, ਪਰ ਉਹਦੇ ਪੂਰੇ ਵੇਰਵੇ ਜਿਹੜੇ ਆ ਉਹ ਨਹੀਂ ਮਿਲੇ। ਠੀਕ ਆ ਜੀ। ਅੱਛਾ, ਨਸ਼ਾ ਜੀ, ਤੁਹਾਨੂੰ ਪਤਾ ਵੀ ਪੰਜਾਬ ਦੇ ਵਿੱਚ ਬਹੁਤ ਪੈਰ ਪਸਾਰੇ ਹੋਏ ਆ ਇਹਨੇ ਜੀ। ਪਹਿਲਾਂ ਤਾਂ ਕਹਿੰਦੇ ਸੀ ਅਸੀਂ 4 ਹਫ਼ਤਿਆਂ 'ਚ ਖਤਮ ਕਰ ਦੇਣਾ ਜੀ, ਉਸ ਤੋਂ ਬਾਅਦ ਹੋਇਆ ਕੁਛ ਨਹੀਂ, ਹਾਲੇ ਵੀ ਕਹਿੰਦੇ ਉੱਦਾਂ ਹੀ ਚੱਲ ਰਿਹਾ ਹੈ। ਸਿਰਫ ਇਹ ਆ ਹਿੱਸੇ ਪੱਤੀ ਬਦਲ ਜਾਂਦੀ ਹੈ। ਬਿਲਕੁਲ। ਇੱਧਰਲੀ ਸਰਕਾਰ ਤੋਂ ਉੱਧਰਲੀ ਸਰਕਾਰ ਨੂੰ ਹਿੱਸੇ ਪੱਤੀ ਚੱਲਣ ਲੱਗ ਪੈਂਦੀ ਹੈ। ਪਿੱਛੇ ਜਿਹੇ ਇਹਨਾਂ ਨੇ ਇੱਕ ਫੜਿਆ ਸੀ ਪਿੰਡ ਦਾ, ਕਿਸੇ ਦਾ ਸਰਪੰਚ, ਰਾਣੂ ਪਿੰਡ ਦਾ ਸ਼ਾਇਦ ਸਰਪੰਚ ਸੀ, ਗੁਰਦੀਪ ਸਿੰਘ। ਬਿਲਕੁਲ ਜੀ। ਉਹ ਫੜਿਆ ਤੇ ਉਹਨੇ ਕਹਿੰਦੇ STF 'ਚ ਬੜੇ ਵੱਡੇ ਵੱਡੇ ਖੁਲਾਸੇ ਕੀਤੇ। ਦੇਖੋ, ਜਦੋਂ ਉਹ ਇਹ ਮਸਲਾ ਸਾਹਮਣੇ ਆਇਆ ਸੀ ਤਾਂ ਛੋਟੀ ਜਿਹੀ ਉਮਰ ਦਾ ਸਰਪੰਚ ਆ, ਕੋਈ ਉਹ ਬਹੁਤਾ ਮੈਚੂਰ ਏਜ ਨਹੀਂ ਉਹਦੀ। ਬਿਲਕੁਲ। ਤਾਂ 1.5 ਕਿੱਲੇ 'ਚ ਕੋਠੀ ਪਾ ਕੇ ਬੈਠਾ ਤੇ ਜਿਹੜੀਆਂ ਆਮ ਬੰਦਾ ਸੋਚ ਨਹੀਂ ਸਕਦਾ, ਉਹਨਾਂ ਨੂੰ ਹੱਥ ਲਾ ਕੇ ਵੀ ਛੂਹ ਸਕੇ, ਉਹੋ ਜਿਹੀਆਂ ਕਾਰਾਂ ਜਿਹੜੀਆਂ ਲਗਜ਼ਰੀ ਦੀ ਫਲੀਟ ਸੀ ਉਹਦੇ ਕੋਲ। ਗਨਮੈਨ ਮਿਲੇ ਹੋਏ ਸੀ। ਫਿਰ ਸੰਦੀਪ ਸਿੰਘ ਸੰਧੂ, ਜਿਨ੍ਹਾਂ ਨੂੰ ਮਨਪ੍ਰੀਤ ਆਲੀ ਨੇ ਹਰਾਇਆ ਪਿਛਲੀਆਂ ਚੋਣਾਂ ਦੇ ਵਿੱਚ, ਕੈਪਟਨ ਸਾਹਿਬ ਦੇ ਖਾਸੁਲ ਖਾਸ, ਉਹ ਵੀ ਨਾਲ ਤੁਰੇ ਫਿਰਦੇ ਰਹੇ ਆ। ਸੁਖਬੀਰ ਸਿੰਘ ਬਾਦਲ ਹੋਰੀ ਨਾਲ ਤੁਰੇ ਫਿਰਦੇ ਰਹੇ ਆ। ਬਿਲਕੁਲ। ਉਹ ਜ਼ਰੂਰ ਹਿੱਸਾ ਪੱਤੀ ਇਹਨਾਂ ਲੋਕਾਂ ਨੂੰ ਜਾਂਦਾ ਹੋਵੇਗਾ। DIG ਫਿਲਮ ਲਾਈਨ ਰਾਹੀਂ ਇੱਕ ਉਸ ਵੇਲੇ ਦੇ ਕਾਇਮ DIG ਜਿਹੜੇ ਆ ਲੁਧਿਆਣਾ ਦੇ, ਉਹਨਾਂ ਨਾਲ ਤਾਲੁਕ ਨਿਕਲਦੇ ਆ। ਸੋ ਪੁਲਿਸ ਦਾ ਹੀ ਪ੍ਰੋਜੈਕਟ ਕੀਤਾ ਹੋਇਆ, ਪੁਲਿਸ ਦੇ ਨਾਲ ਮਿਲੀ ਭੁਗਤ ਕਰਕੇ ਹੀ ਉਹ ਨਸ਼ਿਆਂ ਦਾ ਏਡਾ ਵੱਡਾ ਨੈਟਵਰਕ ਜਿਹੜਾ ਉਹ ਖੜਾ ਹੋ ਸਕਿਆ। ਉਹਦੇ ਆਪਣੇ ਖੁਲਾਸੇ ਨੇ, ਠੀਕ ਹੈ, ਜਾਂਚ ਦੇ ਵਿੱਚ।
ਤਾਂ ਇਹਨਾਂ ਲੋਕਾਂ ਨੂੰ ਕਿਉਂ ਨਹੀਂ ਕਟਹਿਰੇ ਦੇ ਵਿੱਚ ਖੜੇ ਕੀਤਾ ਜਾਂਦਾ? ਪਹਿਲਾਂ ਰਾਜਾ ਸਾਹਿਬ ਜਦੋਂ ਹੁਣ ਸਰਕਾਰ ਬਣਾਈ ਆ ਤੇ ਕਹਿੰਦੇ ਸੀ 4 ਹਫ਼ਤਿਆਂ ਦੇ ਵਿੱਚ ਪੰਜਾਬ 'ਚੋਂ ਨਸ਼ਾ ਖਤਮ ਕਰ ਦਿਆਂਗੇ, ਠੀਕ ਹੈ। ਫਿਰ ਉਹ ਅਜੇ ਤੱਕ ਉਸੇ ਤਰ੍ਹਾਂ ਚੱਲ ਰਿਹਾ। ਪਹਿਲਾਂ ਜਿਹੜੇ ਨਸ਼ੇੜੀ ਆ ਉਹ ਫੜ ਕੇ ਅੰਦਰ ਦੇਤੇ, ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਨਹੀਂ ਫੜ ਕੇ ਅੰਦਰ ਦਿੱਤੇ। ਬਿਲਕੁਲ ਇਹਦਾ ਰਾਮ ਰੌਲਾ ਪਿਆ ਵੀ ਜੇਲ੍ਹਾਂ 'ਚੋਂ ਲੋਕ ਉਹ ਚਿੱਠੀਆਂ ਲਿਖਦੇ ਆ, ਹਾਲ ਪਾਰਿਆ ਕਰਦੇ ਆ ਵੀ ਭਾਈ ਸਾਡਾ ਤਾਂ ਨਸ਼ਾ ਟੁੱਟ ਗਿਆ, ਅਸੀਂ ਤਾਂ ਮਰਨਹਾਰ ਹੋ ਗਏ ਆ, ਵੀ ਅਸੀਂ ਵੇਚਣ ਵਾਲੇ ਥੋੜ੍ਹਾ ਆ। ਬਿਲਕੁਲ। ਸੋ ਇਹ ਸਰਕਾਰ ਇੱਦਾਂ ਲੋਕਾਂ ਨੂੰ ਮੂਰਖ ਬਣਾਉਂਦੀ ਰਹੀ। ਉਹ ਵੱਡੀਆਂ ਮੱਛੀਆਂ, ਇੱਕ ਦੋ ਜਗਦੀਸ਼ ਭੋਲੇ ਵਰਗੇ, ਉਹ ਨਿੱਜੀ ਰੰਜਿਸ਼ ਕਹਿ ਲਓ ਜਾਂ ਜਿਵੇਂ ਕਿਵੇਂ ਕਹਿ ਲਓ, ਕੁਛ ਮਾਲ ਮਿਲਿਆ ਵੀ ਹੋਊਗਾ। ਸੁੱਖਾ ਸੂਸਾਂ ਵਾਲਾ ਵੀ ਫੜਿਆ ਸੀ ਇਸੇ ਮਸਲੇ ਦੇ ਵਿੱਚ, ਉਹ ਤਾਂ ਬਾਹਰ ਤੁਰਿਆ ਫਿਰਦਾ ਹੈਗਾ, ਹੈ ਨਾ। ਫਿਰ ਉਹਦੇ ਤੇ ਵੀ ਇਹ ਦੋਸ਼ ਲੱਗਦੇ ਰਹੇ ਆ ਨਾ ਜੀ ਜੀ, ਭਈ ਇਹ ਅਮਰੀਕਾ ਦੇ ਵਿੱਚ ਵੀ ਇਹ ਕੁਛ ਕਰਦੇ ਸੀ, ਇੱਧਰ ਵੀ ਇਹ ਕੁਛ ਕਰਦੇ, ਠੀਕ ਹੈ। ਫਿਰ ਇਸ ਤਰ੍ਹਾਂ ਜਿਹੜੀਆਂ ਵੱਡੀਆਂ ਮੱਛੀਆਂ ਜਿਹੜੀਆਂ ਉਹ ਆਜ਼ਾਦ ਘੁੰਮ ਰਹੀਆਂ, ਨਸ਼ਿਆਂ ਦਾ ਕਾਰੋਬਾਰ ਉਸੇ ਤਰ੍ਹਾਂ ਚੱਲ ਰਿਹਾ। ਫਿਰ ਪਿਛਲੇ ਦਿਨੀ ਕੁਛ ਜ਼ਰੂਰ ਦੇਖਣ 'ਚ ਆਇਆ ਵੀ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸਮਗਲਰ ਆ ਉਹਨਾਂ ਦੀਆਂ ਜਾਇਦਾਦਾਂ, ਪਰ ਤੁਸੀਂ ਦੇਖੋ ਸਰਕਾਰ ਦਾ ਕਾਰਜਕਾਲ ਪੂਰਾ ਹੋਣ ਵਾਲਾ ਤੇ ਅਜੇ ਤੱਕ ਕੁਛ ਨਹੀਂ ਹੋਇਆ। ਪਹਿਲਾਂ ਆਪਾਂ ਉਦੋਂ ਕੱਲਾ ਬਿਕਰਮਜੀਤ ਮਜੀਠੀਏ ਹੋਰਾਂ ਤੇ ਹੀ ਦੋਸ਼ ਲੱਗਦੇ ਸੀ ਵੀ ਇਹ ਚਿੱਟੇ ਦੇ ਵਪਾਰੀ ਆ, ਚਿੱਟੇ ਦੇ ਸੌਦਾਗਰ ਆ, ਕਿੰਨਾ ਰੌਲਾ ਰੱਪਾ ਪੈਂਦਾ ਰਿਹਾ। ਹੁਣ ਸਾਡੀ ਸਰਕਾਰ ਕੀ ਕਰ ਰਹੀ ਆ? ਮਾਈਨਿੰਗ ਦਾ ਮਸਲਾ ਉੱਥੇ, ਕੇਬਲ ਦਾ ਮਸਲਾ ਉੱਥੇ, ਨਸ਼ਿਆਂ ਦਾ ਮਸਲਾ ਉੱਥੇ ਦਾ ਉੱਥੇ ਖੜਾ। ਸੋ ਇਹ ਜਿਹੜਾ ਗੱਠਜੋੜ ਹੈ ਸਿਆਸਤਦਾਨਾਂ ਦਾ, ਪੁਲਿਸ ਦਾ, ਦੇਖੋ ਇੱਕ DIG ਪੱਧਰ ਦਾ ਅਫਸਰ ਉਹਦੇ ਵਿੱਚ ਮਬਲੂਸ ਹੋਵੇ ਸਭ ਕੁਝ ਦੇ ਵਿੱਚ, ਬਿਲਕੁਲ। ਔਰ ਦੂਸਰੇ ਵੀ 4 ਜਿਹੜੇ ਹੈਗੇ ਆ ਉਹ DSP ਰੈਂਕ ਦੇ ਜਾਂ SP ਰੈਂਕ ਦੇ ਬੰਦੇ ਵੀ ਹੈ। ਬਿਲਕੁਲ। ਉਸ ਪਿੱਛੋਂ ਇਹ ਸਿਆਸਤਦਾਨਾਂ ਦਾ, ਪੁਲਿਸ ਦਾ ਤੇ ਨਸ਼ਾ ਸਮਗਲਰਾਂ ਦਾ ਜਿਹੜਾ ਗੱਠਜੋੜ ਆ, ਇਹ ਇੰਨੀਆਂ ਜੜ੍ਹਾਂ ਮਜ਼ਬੂਤ ਆਪਣੀਆਂ ਕਰ ਚੁੱਕਾ ਵੀ ਸਹਿਜੇ ਕੀਤੇ ਇਸ ਗੱਠਜੋੜ ਨੂੰ ਤੋੜਨਾ ਮਤਲਬ ਮੁਸ਼ਕਲ ਨਹੀਂ ਤਾਂ ਘੱਟੋ ਘੱਟ ਔਖਾ ਜ਼ਰੂਰ ਹੈਗਾ। ਅੱਛਾ, ਤੁਸੀਂ ਆ ਥੋੜੀ ਜਿਹੀ ਗੱਲ ਸ਼ੁਰੂ ਕੀਤੀ। ਅੱਛਾ, ਤੁਸੀਂ ਹਾਲੇ ਕੁਝ ਕਹਿ ਰਹੇ ਹੋ? ਹਾਂਜੀ, ਮੈਂ ਦੂਸਰਾ ਇਹ ਕਹਿਣਾ ਚਾਹੁੰਦਾ ਭਈ ਬਾਰਡਰ ਤੋਂ ਕਿਵੇਂ ਇੱਧਰ ਨੂੰ ਆ ਜਾਂਦੀ ਆ। ਜੀ ਜੀ। ਉੱਥੇ ਤੀਰਾ ਮਤਲਬ ਕਾਰਡਨ ਆਫ ਸੁਰੱਖਿਆ ਚੱਕਰ ਹੈ, ਸੁਰੱਖਿਆ ਚੱਕਰ ਆ, ਪੰਜਾਬ ਪੁਲਿਸ ਆ, BSF ਆ, ਫੌਜ ਹੈ। ਸੋ ਬਾਰਡਰ ਤੋਂ ਇਹ ਖੇਪਾਂ ਕਿੱਦਾਂ ਲੰਘਦੀਆਂ? ਆਮ ਇਹ ਕਿਹਾ ਜਾਂਦਾ ਵੀ ਜਿਹੜਾ ਇੱਕ ਕੋਈ BSF ਦਾ ਆ ਗਿਆ ਜਾਂ ਕੋਈ ਬਾਰਡਰ ਏਰੀਏ ਦੇ ਵਿੱਚ, ਚਾਹੇ ਉਹ SHO ਹੋਵੇ ਚਾਹੇ DSP ਹੋਵੇ, ਜਦੋਂ ਉਹਦੀ ਤਾਇਨਾਤੀ ਹੋ ਜਾਂਦੀ ਹੈ ਤਾਂ ਉਹ ਸਾਲਕ ਦੇ ਵਿੱਚ ਹੀ ਮਾਲਾਮਾਲ ਹੋ ਜਾਂਦਾ ਹੈ। ਬਿਲਕੁਲ ਸਹੀ ਗੱਲ ਹੈ। ਸੋ ਬਿਨਾਂ ਸ਼ੱਕ ਇਹਨਾਂ ਜਿਹੜੇ ਲੋਕ ਆ ਇਹ ਗੱਠਜੋੜ ਦੇ, ਇਹਨਾਂ ਦੀਆਂ ਤੰਦਾਂ ਦੂਰ ਤੱਕ ਆ ਸਮਗਲਰਾਂ ਦੀਆਂ, ਔਰ ਪੁਲਿਸ ਦੀ ਤੇ ਸਿਆਸਤਦਾਨਾਂ ਦੀ ਸ਼ਹਿ ਪ੍ਰਾਪਤ ਹੁੰਦੀ ਉਹਨਾਂ ਨੂੰ। ਅੱਛਾ, ਤੇ ਇੱਕ ਤੁਸੀਂ ਹੁਣੇ ਗੱਲ ਸ਼ੁਰੂ ਕੀਤੀ ਸੀ ਵੀ ਮਾਈਨਿੰਗ ਦਾ ਲੈ ਲਓ ਜਾਂ ਕੋਈ ਵੀ ਹੈ ਜੀ, ਉਹਦਾ ਜਿਹੜਾ ਸਾਰੇ ਨੈਕਸਸ ਹੈਗੇ ਆ ਜਿਹੜੇ ਕੰਮ ਕਰਦੇ ਆ, ਇਹਦੇ ਬਾਰੇ ਸਿੱਧੂ ਨੇ ਪਿੱਛੇ ਜਿਹੇ ਨਵਜੋਤ ਸਿੰਘ ਸਿੱਧੂ ਹੁਣੀ ਗੱਲ ਕੀਤੀ ਸੀ ਵੀ ਭਾਈ ਇਹ ਜਿਹੜਾ ਖਜ਼ਾਨੇ ਦੇ ਵਿੱਚ ਜਾਣਾ ਚਾਹੀਦਾ ਮਾਲੀ ਆ, ਇਹ ਪ੍ਰਾਈਵੇਟ ਪਾਕਟ 'ਚ ਜਾ ਰਿਹਾ। ਬਿਲਕੁਲ ਠੀਕ ਆ। ਤੇ ਖਰਚੇ ਜਿਹੜੇ ਆ ਉਹ ਸਟੇਟ ਦੇ ਉੱਤੇ ਪੈ ਰਹੇ। ਤੇ ਹੁਣ ਉਹੀ ਸਿੱਧੂ ਸਾਹਿਬ ਕਹਿੰਦੇ ਆ ਵੀ ਚਾਹ ਤੇ ਇਕੱਠੇ ਹੋ ਰਹੇ ਆ ਕੈਪਟਨ ਸਾਹਿਬ ਤੇ ਸਿੱਧੂ ਸਾਹਿਬ। ਇਹ ਕੀ ਚੱਲ ਕੀ ਰਿਹਾ ਪੰਜਾਬ? ਕਹਿੰਦੇ ਹੁੰਦੇ ਆ ਭਈ ਤੇਜਪਾਲ ਜੀ, ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ। ਹਾਂਜੀ। ਤੇ ਸਿਆਸਤ ਵਿੱਚ ਵੀ ਇਹੀ ਕੁਛ ਚੱਲਦਾ। ਸਿਆਸਤ ਵਿੱਚ ਕੋਈ ਕਿਸੇ ਦਾ ਸਕਾ ਨਹੀਂ, ਕੋਈ ਕਿਸੇ ਦਾ ਦੁਸ਼ਮਣ ਨਹੀਂ, ਕੋਈ ਕਿਸੇ ਦਾ ਦੋਸਤ ਨਹੀਂ। ਪਰ ਤੁਸੀਂ ਜਿਹੜੀ ਗੱਲ ਕਹੀ ਆ ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ, ਇਹ ਆਪਸ 'ਚ ਹੀ ਲਵ ਕਰੀ ਜਾਂਦੇ ਆ। ਕੋਈ ਪੰਜਾਬ ਨਾਲ ਵੀ ਕਰ ਲਓ। ਪਹਿਲਾਂ ਤਾਂ ਮੋਹ ਵੀ ਬੜਾ ਸੀ ਸਿੱਧੂ ਸਾਹਿਬ ਨਾਲ, ਫਿਰ ਜੰਗ ਚੱਲਦੀ ਰਹੀ ਆ। ਸਿੱਧੂ ਸਾਹਿਬ ਸਿਆਸੀ ਦ੍ਰਿਸ਼ ਤੋਂ ਹੀ ਜਿਹੜੇ ਆ ਲੋਪ ਰਹੇ ਆ। ਬਿਲਕੁਲ। ਹੁਣ ਪਿਛਲੇ ਦਿਨੀ ਜਦੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਥੋੜਾ ਜਿਹਾ ਅੱਗੇ ਲਿਆਉਣ ਦਾ ਯਤਨ ਕੀਤਾ, ਫਿਰ ਉੱਥੇ ਇੱਕ ਰੈਲੀ ਦੇ ਵਿੱਚ ਠਿੱਬੀ ਲੱਗਦੀ ਆ ਸਿੱਧੂ ਸਾਹਿਬ ਨੂੰ ਜੀ, ਫਿਰ ਉਹ ਥੋੜਾ ਦੂਰ ਹੋ ਜਾਂਦੇ ਆ। ਹੁਣ ਫੇਰ ਰੌਲਾ ਰੱਪਾ ਪਾ ਰਹੇ। ਦੇਖੋ, ਬਿਨਾਂ ਸ਼ੱਕ ਸਿੱਧੂ ਸਾਹਿਬ ਬੜੇ ਸੁਲਝੇ ਹੋਏ ਸਿਆਸਤਦਾਨ ਆ। ਪਿਛਲੇ ਦਿਨੀ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਮੇਰੇ ਕੋਲ ਹੱਲ ਹੈਗਾ ਮਸਲਿਆਂ ਦਾ, ਗੱਲਾਂ ਨਾਲ ਹੀ ਨਹੀਂ। ਤੇ ਜਿਹੜਾ ਹੁਣ ਮੌਜੂਦਾ ਚਾਹ ਤੇ ਇਕੱਠੇ ਹੋਣਾ ਜਾਂ ਜੋ ਵੀ ਆ, ਪਤਾ ਨਹੀਂ ਹੁਣ ਇਹਦੇ ਵਿੱਚੋਂ ਕੀ ਨਿਕਲਦਾ ਹੈਗਾ ਜੀ, ਤੇ ਇਹਦੇ ਉਸ ਮੀਟਿੰਗ ਦੀ ਆਊਟਕਮ ਕੀ ਹੁੰਦੀ ਆ, ਇਹ ਹਲੇ ਦੇਖਣ ਵਾਲੀ ਗੱਲ ਆ। UK ਦੇ ਵਿੱਚ ਸੈਂਸਸ ਹੋ ਰਹੇ ਆ ਜੀ, ਤੇ ਜਥੇਦਾਰ ਸਾਹਿਬ ਯਾਨੀ ਹਰਪ੍ਰੀਤ ਸਿੰਘ ਹੁਣੀ ਹਾਂਜੀ ਕੁਝ ਅਪੀਲ ਕੀਤੀ ਆ UK ਦੇ ਸਿੱਖ ਲੋਕਾਂ ਨੂੰ ਜੀ। ਉਹਨਾਂ ਨੇ ਇਹੀ ਕਿਹਾ ਵੀ ਆਪਣੇ ਆਪ ਨੂੰ ਸਿੱਖ ਤੇ ਸਿੱਖ ਧਰਮ ਜਿਹੜਾ ਆ, ਰਿਲੀਜਨ ਜਿਹੜਾ ਉਹ ਸਿੱਖ ਲਿਖਾਓ ਆਪਣਾ, ਹੈ ਨਾ। ਤੇ ਦੇਖੋ, ਪੰਜਾਬੀ ਭਾਸ਼ਾ ਲਿਖਾਓ, ਪੰਜਾਬੀ ਭਾਸ਼ਾ, ਜ਼ੁਬਾਨ ਪੰਜਾਬੀ ਔਰ ਧਰਮ ਜਿਹੜਾ ਉਹ ਸਿੱਖ ਧਰਮ। ਤਾਂ ਜਥੇਦਾਰ ਹਰਪ੍ਰੀਤ ਸਿੰਘ ਹੋਰੀ
ਭਾਵੇਂ ਹਾਲੇ ਤੱਕ ਕਾਰਜਕਾਰੀ ਚੱਲੇ ਆ ਰਹੇ ਆ, ਪਰ ਉਹਨਾਂ ਨੂੰ ਹੁਣ ਜਥੇਦਾਰ ਹੀ ਸਮਝਿਆ ਜਾ ਰਿਹਾ। ਠੀਕ ਹੈ, ਬਿਲਕੁਲ ਜੀ, ਬਿਲਕੁਲ। ਤੇ ਕੱਲ ਉਹਨਾਂ ਨੇ ਇੱਕ ਹੋਰ ਵੀ ਬਿਆਨ ਦਿੱਤਾ ਸੀ ਮੋਦੀ ਸਰਕਾਰ ਦੇ ਖਿਲਾਫ। ਇਹ ਚੰਗੀ ਗੱਲ ਆ ਵੀ ਉੱਥੇ ਮਰਦਮਸ਼ੁਮਾਰੀ ਹੋ ਰਹੀ ਆ, ਤਾਂ ਕਿਉਂਕਿ ਇੱਕ ਜਿਹੜੀ ਕਾਫੀ ਰੀਜ਼ਨੇਬਲ ਸਾਡੀ ਉੱਥੇ ਪ੍ਰੈਜ਼ੈਂਸ ਹੈਗੀ ਸਿੱਖਾਂ ਦੀ, ਤਾਂ ਉੱਥੋਂ ਦੇ ਮੁਆਸ਼ਰੇ ਦੇ ਵਿੱਚ ਸਾਡਾ ਯੋਗਦਾਨ ਵੀ ਆ, ਆਰਥਿਕ ਵੀ ਤੇ ਦੂਸਰਾ ਵੀ। ਤਾਂ ਚਿਰਾਂ ਦੇ ਸੈਟਲ ਨੇ ਲੋਕ, ਪੁਰਾਣੇ ਹਾਕਮਾਂ ਦਾ ਦੇਸ਼ ਆ ਸਾਡਿਆਂ ਦਾ। ਜੇ ਉੱਥੇ ਮਰਦਮਸ਼ੁਮਾਰੀ ਦੇ ਵਿੱਚ ਆਪਣਾ ਧਰਮ ਸਿੱਖ ਤੇ ਭਾਸ਼ਾ ਪੰਜਾਬੀ ਲਿਖਾਈ ਜਾਂਦੀ ਆ, ਤਾਂ ਉਹ ਗੱਲ ਫਿਰ ਜਿਹੜੀ ਆ ਉਹਨੂੰ ਪੋਜ਼ਿਟਿਵਲੀ ਲਿਆ ਜਾਣਾ ਚਾਹੀਦਾ ਹੈ ਜੀ, ਹੈ ਨਾ। ਸਮਾਂ ਹੋ ਰਿਹਾ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਦੁਨੀਆ ਨੂੰ ਜਾਣੋ ਪੰਜਾਬ ਮੇਲ USA ਚੈਨਲ ਦੇ ਨਾਲ। ਸੰਸਾਰ ਭਰ ਦੀਆਂ ਖਬਰਾਂ ਜਾਣਨ ਲਈ, ਖਬਰਾਂ ਦੀ ਡੂੰਘਾਈ ਤੱਕ ਪਹੁੰਚਣ ਲਈ ਰੋਜ਼ ਵੇਖੋ ਪੰਜਾਬ ਮੇਲ ਅਖਬਾਰਨਾਮਾ। ਸਿਰਫ ਪੰਜਾਬ ਮੇਲ USA ਚੈਨਲ ਤੇ। ਪੰਜਾਬ ਮੇਲ TV USA ਦੇਖ ਰਹੇ ਸਾਰੇ ਦਰਸ਼ਕਾਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ। ਸਰਦਾਰ ਸੱਤੀ ਹੁਣੀ ਸਾਡੇ ਨਾਲ ਬਣੇ ਹੋਏ ਆ। ਵੱਧਦੇ ਹਾਂ ਅਗਲੀ ਗੱਲ ਨਾਲ ਜੀ। ਸੱਤੀ ਸਾਹਿਬ, ਬੈਂਕਾਂ ਵਾਲੇ ਵੀ ਸਟ੍ਰਾਈਕ ਕਰ ਗਏ, ਪਹਿਲਾਂ ਕਿਸਾਨ ਸੀਗੇ, ਕਿੱਦਾਂ ਦੇਖਦੇ ਹੋ? ਦੇਖੋ, ਬੈਂਕਾਂ ਦੇ ਨਿੱਜੀਕਰਨ ਦੇ ਖਿਲਾਫ ਲੱਖਾਂ ਜਿਹੜੇ ਮੁਲਾਜ਼ਮ ਆ ਉਹ ਹੜਤਾਲ ਤੇ ਨੇ। ਬਿਲਕੁਲ। ਔਰ ਕਰੋੜਾਂ ਦਾ ਜਿਹੜਾ ਆ ਦੇਸ਼ ਨੂੰ ਘਾਟਾ ਲੈਣ ਦੇਣ ਜਿਹੜਾ ਆ ਉਹ ਜ਼ਿਲ੍ਹਾ ਪੱਧਰ ਤੇ, ਸੂਬਾ ਪੱਧਰ ਤੇ ਜਾਂ ਦੇਸ਼ ਪੱਧਰ ਤੇ ਇੱਕ ਤਰ੍ਹਾਂ ਨਾਲ ਬੈਂਕਾਂ ਰਾਹੀਂ ਕਾਰੋਬਾਰ ਚੱਲਦੇ ਨੇ। ਠੀਕ ਆ, ਰਕਮਾਂ ਦਾ ਲੈਣ ਦੇਣ ਹੁੰਦਾ ਹੈਗਾ। ਨਿੱਜੀਕਰਨ ਦੇ ਖਿਲਾਫ ਆ ਮੋਟੇ ਤੌਰ ਤੇ ਜੀ। ਤੇ ਸਾਡੇ ਸੀਤਾਰਮਨ ਹੋਰੀ ਬਿਆਨ ਦਿੰਦੇ ਨੇ, ਮੰਤਰੀ, ਕੇਂਦਰੀ ਮੰਤਰੀ ਨੇ ਜਿਹੜੇ, ਵਿੱਤ ਮੰਤਰੀ ਬੀਬੀ ਜੀ, ਕਹਿੰਦੇ ਨੇ ਵੀ ਨਹੀਂ, ਇਹ ਲੋਕਾਂ ਦੇ ਖਦਸ਼ੇ ਜਿਹੜੇ ਆ ਮੁਲਾਜ਼ਮਾਂ ਦੇ ਉਹ ਗਲਤ ਨੇ ਜੀ। ਇਸੇ ਤਰ੍ਹਾਂ ਪੀਯੂਸ਼ ਗੋਇਲ ਹੋਰੀ ਕਹਿੰਦੇ ਨੇ ਵੀ ਰੇਲਵੇ ਦੇ ਨਿੱਜੀਕਰਨ ਦੇ ਖਦਸ਼ੇ ਜਿਹੜੇ ਆ ਉਹ ਗਲਤ ਨੇ। ਆਮ ਤੌਰ ਤੇ ਇਸ ਵੇਲੇ ਸਾਡੇ ਕੇਂਦਰੀ ਹਾਕਮ ਜਿਹੜੇ ਨੇ ਭਾਜਪਾ ਵਾਲੇ, ਉਹ ਜੋ ਕਹਿੰਦੇ ਨੇ ਉਹਦੇ ਉਲਟ ਕਰਦੇ ਆ। ਬਿਲਕੁਲ ਸਹੀ ਗੱਲ। ਜਾਂ ਤਾਂ ਜੋ ਕਹਿੰਦੇ ਆ ਅੱਜ ਕੋਈ ਬਿਆਨ ਦਿੰਦੇ ਨੇ, ਕੱਲ ਨੂੰ ਮੁੱਕਰ ਜਾਂਦੇ ਆ 20 ਉਦਾਹਰਨਾਂ ਨੇ। ਦੂਸਰਾ, ਜੋ ਕਹਿੰਦੇ ਆ ਆਮ ਤੌਰ ਤੇ ਉਹਦੇ ਉਲਟੇ ਕਰਦੇ ਨੇ। ਜੇ ਉਹ ਕਹਿ ਰਹੇ ਆ ਵੀ ਰੇਲਵੇ ਦਾ ਨਿੱਜੀਕਰਨ ਨਹੀਂ ਹੋ ਰਿਹਾ ਤੇ ਕੱਲ ਨੂੰ ਨਿੱਜੀਕਰਨ ਹੋਵੇਗਾ, ਇਹ ਗਰੰਟੀ ਲੈ ਲਓ ਇਸ ਗੱਲ ਦੀ। ਜੇ ਉਹ ਬੈਂਕਾਂ ਦਾ ਨਿੱਜੀਕਰਨ ਕਹਿੰਦੇ ਆ ਨਹੀਂ ਹੋਣਾ ਤੇ ਕੱਲ ਨੂੰ ਹੋਣਾ, ਇਸ ਗੱਲ ਦੀ ਗਰੰਟੀ ਲੈ ਸਕਦੇ ਤੁਸੀਂ ਜੀ। ਸਾਡੇ ਪ੍ਰਧਾਨ ਮੰਤਰੀ ਸੱਤਾ ਵਿੱਚ ਕਿੱਦਾਂ ਆਉਂਦੇ ਆ? ਕਿਸਾਨਾਂ ਦੇ ਮਸਲਿਆਂ ਨੂੰ ਉਭਾਰ ਕੇ, ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਕੇ ਸੱਤਾ ਸੰਭਾਲਦੇ ਨੇ, ਮੁੜ ਕੇ ਕਿਸਾਨਾਂ ਦੇ ਉਲਟ ਜਾਂਦੇ ਨੇ। ਸਵਾਮੀਨਾਥਨ ਰਿਪੋਰਟ ਕਹਿੰਦੇ ਸੀ ਸਵਾਮੀਨਾਥਨ ਰਿਪੋਰਟ ਲਾਗੂ ਕਰਾਂਗੇ, ਉਹਦੇ ਤੋਂ ਵੀ ਮੁੱਕਰ ਗਏ। ਪਹਿਲਾਂ ਕਹਿੰਦੇ ਸੀ ਉਹਦੇ ਤੇ ਗੱਲਬਾਤ ਚੱਲੂਗੀ, ਮੁੜ ਕੇ ਠੰਡੇ ਬਸਤੇ ਚ ਪਾਤੀ ਵੀ ਉਹਦੀ ਲੋੜ ਹੀ ਨਹੀਂ। ਬਿਲਕੁਲ ਸਹੀ ਗੱਲ ਹੈ। ਹੁਣ ਕਿਸਾਨ ਦਿੱਲੀ ਦੀਆਂ ਬਰੂਹਾਂ ਮੱਲ ਕੇ ਬੈਠੇ ਨੇ 26 ਨਵੰਬਰ ਤੋਂ ਜੀ ਜੀ, ਤੇ 250-300 ਉਹਨਾਂ ਚੋਂ ਜਿਹੜਾ ਆ ਉਹ ਸ਼ਹੀਦੀਆਂ ਪ੍ਰਾਪਤ ਕਰ ਚੁੱਕਾ ਹੈ। ਉਹਨਾਂ ਦੀ ਇੱਕ ਵੀ ਗੱਲ ਪ੍ਰਤੀ ਨੰਨਾ ਨਹੀਂ ਧਰਿਆ, ਉਲਟਾ ਅੱਜ ਤੱਕ ਕਾਲੇ ਖੇਤੀ ਕਾਨੂੰਨਾਂ ਨੂੰ ਜਾਇਜ਼ ਦੱਸਣ ਲੱਗ ਪਿਆ ਸਰਕਾਰ ਨੇ। ਠੀਕ ਹੈ, ਸੋ ਦੇਸ਼ ਇੱਕ ਤਰ੍ਹਾਂ ਨਾਲ ਅੰਬਾਨੀਆਂ, ਅਡਾਨੀਆਂ ਤੇ ਹੋਰ ਕਾਰਪੋਰੇਟਾਂ ਦੇ ਹੱਥਾਂ 'ਚ ਦੇਣ ਦੀ ਸਰਕਾਰ ਨੇ ਅੱਧ ਪਚਾਤਾ ਦੇਤਾ ਤੇ ਬਾਕੀ ਦੀ ਤਿਆਰੀ ਕਰ ਰਹੇ ਆ। ਸੋ ਇਸ ਕਰਕੇ ਇਹ ਸਰਕਾਰ ਤੋਂ ਇਹ ਤਵੱਕੋ ਕਰਨੀ ਪਈ, ਇਹ ਜੋ ਕਹਿੰਦੀ ਆ ਉਹੀ ਕਰੂਗੀ, ਉਹਦੇ ਉਲਟ ਮੰਨ ਕੇ ਚੱਲਣਾ ਚਾਹੀਦਾ। ਅੱਛਾ, ਤੁਸੀਂ ਤੇ ਇਹ ਗੱਲ ਕਹੀ ਜਾਂਦੇ ਆ ਜੀ, LIC ਵਗੈਰਾ ਸਾਰਾ ਕੁਛ ਹੀ ਨਹੀਂ ਮਤਲਬ ਟਰਾਈ ਕਰ ਰਹੇ ਆ ਵੀ ਇਹ ਨਾ ਪ੍ਰਾਈਵੇਟਾਈਜ਼ ਹੋ ਜਾਏ ਸਾਰਾ, ਤੇ ਪੈਸਾ ਆ ਜਾਏ ਜਾਂ ਚੱਲ ਜਾਏ, ਕੁਛ ਨਹੀਂ ਪਤਾ ਲੱਗਦਾ ਇਹਨਾਂ ਦਾ ਕੀ ਕਰਦੇ ਆ ਜੀ। ਦੂਜੇ ਪਾਸੇ ਮੋਦੀ ਸਾਹਿਬ ਹੁਣੀ ਜਾਂ BJP ਵਾਲੇ ਇੱਕ ਸਵਾਲ ਬੜਾ ਜ਼ੋਰ ਸ਼ੋਰ ਨਾਲ ਪੁੱਛਦੇ ਸੀ ਕਿ 70 ਸਾਲਾਂ 'ਚ ਕਾਂਗਰਸ ਨੇ ਜਾਂ ਹੋਰ ਪਾਰਟੀਆਂ ਨੇ ਕੀ ਕੀਤਾ। ਤੇ ਲੋਕੀ ਹੁਣ ਕਹਿਣ ਲੱਗ ਪਏ ਆ, ਕਹਿੰਦੇ ਇਹਨਾਂ ਨੂੰ ਦੱਸਿਓ ਨਾ, ਜੋ ਨਹੀਂ ਕੀਤਾ ਇਹ ਸਾਰਾ ਵੇਚ ਦੇਣਗੇ ਜੀ। ਇਹ ਆ ਪਈ ਹੁਣ ਤਾਂ ਮੈਨੂੰ ਇੱਦਾਂ ਲੱਗਦਾ ਪਈ ਸਮੁੱਚਾ ਭਾਰਤ ਜਿਹੜਾ ਆ, ਭਾਰਤ ਵਰਸ਼, ਇਹ ਰੱਬ ਦੇ ਸਹਾਰੇ ਰਹਿ ਗਿਆ। ਬਿਲਕੁਲ, ਕਿਉਂਕਿ ਸਰਕਾਰਾਂ ਨੇ ਲੋਕਾਂ ਦੀ ਬਾਂਹ ਫੜਨੀ ਹੁੰਦੀ ਆ, ਸਰਕਾਰਾਂ ਨੇ ਲੋਕਾਂ ਦੇ ਜਿਹੜੇ ਦੁੱਖੜੇ ਆ ਸੁਣਨੇ ਹੁੰਦੇ, ਉਹਨਾਂ ਦੇ ਹੱਲ ਕਰਨੇ ਹੁੰਦੇ ਆ। ਤੇ ਇਹ ਸਰਕਾਰ ਜਿਹੜੀ ਆਪ ਲੋਕਾਂ ਨੂੰ ਲੁੱਟਣ ਤੇ ਲੱਕ ਬੰਨ੍ਹ ਕੇ ਬਹਿ ਗਈ ਆ, ਉਹਦੇ ਤੋਂ ਕੀ ਮਤਲਬ ਭਲਾਈ ਦੀ ਆਸ ਜਿਹੜੇ ਆ ਲੋਕ ਕਰ ਸਕਦੇ ਨੇ। ਪਿੱਛੇ ਜਿਹੇ ਇੱਕ ਦਿਨ ਕੋਈ 4 ਸੀਨੀਅਰ ਜਰਨਲਿਸਟ ਇਕੱਠੇ ਬੈਠੇ ਸੀ, ਉਹ ਕਹਿੰਦੇ ਭਈ ਜਿਹੜਾ ਲੋਕਤੰਤਰ ਦਾ ਚੌਥਾ ਥੰਮ ਆ, ਘੱਟੋ ਘੱਟ ਉਹੀ ਰੌਲਾ ਪਾਏਗਾ ਜਾਂ ਲੋਕ ਰੌਲਾ ਪਾਉਣਗੇ,
ਉਹ ਲੋਕਤੰਤਰ ਦੇ ਚੌਥੇ ਥੰਮ ਦੀ ਤਾਂ ਪੂਰੀ ਤਰ੍ਹਾਂ ਮਤਲਬ ਉਹਨੂੰ ਤੋੜ ਭੰਨ ਕਰ ਦਿੱਤੀ, ਖਤਮ ਕਰਤਾ ਜੀ। ਠੀਕ ਹੈ। ਤੇ ਜਿਹੜੇ ਆਪਾਂ ਗੱਲ ਕੀਤੀ ਸੀ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਅਡਾਨੀ ਦੀ ਜਿਹੜੀ ਜਾਇਦਾਦ ਹੈ ਕਿੰਨੇ 16 ਬਿਲੀਅਨ ਤੋਂ 50 ਬਿਲੀਅਨ ਹੋ ਗਈ, 50 ਬਿਲੀਅਨ ਡਾਲਰ ਤੱਕ ਚਲ ਗਈ ਆ। ਤੇ ਅਮਿਤ ਸ਼ਾਹ ਦਾ ਬੇਟੇ ਦੀ ਜਿਹੜੀ ਕੁਛ ਲੱਖ ਦੀ ਕੰਪਨੀ ਸੀ ਉਹ 16,000 ਗੁਣਾ ਕਰੋੜਾਂ ਦੀ ਹੋ ਜਾਂਦੀ ਆ। ਤੇ 4 ਕੁ ਦਿਨ ਮੀਡੀਆ ਚ ਆਉਂਦਾ, ਮੁੜ ਕੇ ਮੀਡੀਆ ਚੁੱਪ ਹੈ। ਸੋ ਜਿਹੜੇ ਦਾ ਕੁਇੰਟ ਵਾਲੇ ਆ, ਦਾ ਵਾਇਰ ਵਾਲੇ ਆ, ਜਾਂ NDTV ਵਾਲੇ, ਉਹ ਕਿੰਨੀ ਕਰੌਲੀ ਪਾਲਣਗੇ, ਠੀਕ ਆ। ਉਹ ਕਹਿੰਦੇ ਹੁੰਦੇ ਆ ਭਈ ਨਗਾਰਖਾਨੇ ਚ ਤੂਤੀ ਦੀ ਕੋਈ ਨਹੀਂ ਸੁਣਦਾ। ਵੈਸੇ ਵੀ ਬੁਲਟ ਟ੍ਰੇਨ ਦੇ ਟਾਈਮ ਦੇ ਉੱਤੇ ਆਪਣੇ ਘੋੜਾ ਗੱਡੀ ਤੇ ਕੌਣ ਬਹਿੰਦਾ ਹੈ? ਬਿਲਕੁਲ, ਉਹ ਵਿਚਾਰੇ ਹੌਲੀ ਹੌਲੀ ਲੱਗੇ ਰਹਿੰਦੇ ਆ, ਕੋਈ ਨਹੀਂ ਸੁਣਦਾ ਉਹਨਾਂ ਨੂੰ। ਦੂਸਰਾ ਇਹ ਆ ਭਈ ਅਜੇ ਵੀ ਉਹਨਾਂ ਦੀ ਆਡੀਅנס ਜਿਹੜੀ ਆ ਉਹ ਜਥਾਯੋਗ ਹੈ, ਲੋਕ ਤਵੱਜੋ ਦਿੰਦੇ ਆ ਉਹਨਾਂ ਦੇ ਪ੍ਰਾਈਮ ਟਾਈਮ ਨੂੰ। ਘੱਟੋ ਘੱਟ NDTV ਦੇ ਨੂੰ ਬਹੁਤ ਪਸੰਦ ਕੀਤਾ ਜਾਂਦਾ, ਬਿਲਕੁਲ। ਸੋ ਰਵੀਸ਼ ਕੁਮਾਰ ਨੂੰ ਲੋਕ ਸਾਹ ਰੋਕ ਕੇ ਸੁਣਦੇ ਨੇ। ਪਰ ਸਾਡੀ ਸਰਕਾਰ ਨੇ ਜੋ ਕਰਨਾ ਹੁੰਦਾ, ਸਰਕਾਰਾਂ ਨੇ ਜਿੱਦਾਂ ਲੋਕਾਂ ਦੀ ਬਾਂਹ ਫੜਨੀ ਹੁੰਦੀ ਆ, ਉਹ ਤਾਂ ਕਿਤੇ ਕਿਸੇ ਹੋਰ ਯੁੱਗ ਦੀਆਂ ਗੱਲਾਂ ਹੋਣ ਲੱਗਦੀਆਂ ਨੇ। ਅੱਛਾ, ਤੁਸੀਂ ਤੇ ਕਹੀ ਜਾਂਦੇ ਆ ਇੱਦਾਂ ਮੋਦੀ ਸਾਹਿਬ ਆਹ ਵੇਚਤਾ, ਮੋਦੀ ਸਾਹਿਬ ਨੇ ਆਹ ਵੇਚਤਾ। ਦੂਜੇ ਪਾਸੇ ਆ ਉੱਤਰਾਖੰਡ ਦੇ ਨਵੇਂ ਚੀਫ ਮਿਨਿਸਟਰ ਬਣੇ ਜਿਹੜੇ ਤੀਰਥ ਸਿੰਘ ਰਾਵਤ ਹੋਣੇ, ਉਹ ਕੁਝ ਹੋਰ ਕਹਿੰਦੇ ਆ। ਉਹ ਕਹਿੰਦੇ ਮੋਦੀ ਸਾਹਿਬ ਭਗਵਾਨ ਨੇ, ਕਹਿੰਦੇ ਇਹਨਾਂ ਦੇ ਮੰਦਿਰ ਬਣਨਗੇ ਬਾਅਦ 'ਚ। ਦੇਖੋ, ਇਹ ਨਾ ਚਮਚਾਗਿਰੀ ਦੀ ਹੱਦ ਹੁੰਦੀ ਹੈ ਭਈ ਜਿਹੜਾ ਚਾਪਲੂਸੀ ਆ ਨਾ, ਉਹ ਕਿਸੇ ਕੁ ਹੱਦ ਤੱਕ ਤਾਂ ਫਲੈਟਰੀ ਜਿਹੜੀ ਆ ਉਹ ਸਹਿਣਯੋਗ ਹੁੰਦੀ ਆ। ਤੇ ਜਦੋਂ ਤੁਸੀਂ ਕਿਸੇ ਆਗੂ ਨੂੰ ਆਪਣਾ ਭਗਵਾਨ ਹੀ ਦੱਸਣ ਲੱਗ ਪਵੋ, ਦੇਖੋ ਵੀ ਆਰ ਹਿਊਮਨ ਬੀਇੰਗਸ। ਸਾਡੇ 'ਚ ਕਹਿੰਦੇ ਦੁੱਧ ਬੁੱਧ ਫਿੱਟਦੇ ਨੂੰ ਟਾਈਮ ਨਹੀਂ ਲੱਗਦਾ, ਬਿਲਕੁਲ। ਤੇ ਸਾਡੇ ਭਗਵਾਨ ਜਿਹੜੇ ਆ ਉਹ ਕਦੋਂ ਸਾਡੇ ਭਖਸ਼ਕ ਬਣ ਜਾਣ, ਰਾਖਸ਼ ਬਣ ਜਾਣ, ਇਹ ਵੀ ਕੋਈ ਪਤਾ ਨਹੀਂ ਲੱਗਦਾ। ਇੱਕ ਤਰ੍ਹਾਂ ਨਾਲ ਬਹੁਤੇ ਲੀਡਰ ਇਸ ਵੇਲੇ ਭਖਸ਼ਕ ਹੀ ਬਣੇ ਹੋਏ ਆ। ਬਲਾਤਕਾਰਾਂ ਦੇ ਕੇਸ ਦਰਜ ਆ, ਡਾਕਿਆਂ ਲੁੱਟਾਂ ਦੇ ਕੇਸ ਦਰਜ ਨੇ ਜਿਹੜੇ ਪਾਰਲੀਮੈਂਟ 'ਚ ਬੈਠੇ ਆ, ਠੀਕ ਹੈ। ਸੋ ਜਦੋਂ ਤੁਸੀਂ ਕਿਸੇ ਆਗੂ ਨੂੰ ਭਗਵਾਨ ਦੱਸਣ ਲੱਗ ਪੈਂਦੇ ਆ, ਉਹ ਤਾਂ ਫਿਰ ਉਹੀ ਕਹਿੰਦੇ ਆ ਵੀ ਜਿੱਦਾਂ ਭਈ ਬਸ ਇਹ ਤੋਂ ਪਰੇ ਕੋਈ ਚਾਪਲੂਸੀ ਜਿਹੜੀ ਆ ਨਹੀਂ ਹੋ ਸਕਦੀ। ਅੱਛਾ, ਇਹਦੇ 'ਚ ਨਾ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਅਸਲ 'ਚ ਜੀ, ਰਾਵਤ ਸਾਹਿਬ ਨੇ ਜਿਹੜੀ ਗੱਲ ਕਹੀ ਆ ਉਹ ਬਹੁਤ ਸੋਚਣ ਵਾਲੀ ਗੱਲ ਆ ਜੀ। ਇੱਕ ਪਾਸੇ ਤਾਂ BJP ਰਾਮ ਦੇ ਨਾਂ ਤੇ ਲੋਕਾਂ ਤੋਂ ਵੋਟਾਂ ਮੰਗਦੀ ਹੈ, ਬਿਲਕੁਲ ਠੀਕ ਆ। ਇਹ ਰਾਮ ਵੀ ਨਹੀਂ ਪੇਟੈਂਟ ਕਰਵਾਇਆ ਹੋਇਆ ਹੈ, ਭਗਵਾਨ ਰਾਮ ਵੀ ਇਹ ਸਾਡਾ ਆ, ਹੋਰ ਕਿਸੇ ਦਾ ਹੋ ਨਹੀਂ ਸਕਦਾ। ਹੁਣ ਮੰਦਰ ਲਈ ਧਨ ਇਕੱਠਾ ਕੀਤਾ ਜਾ ਰਿਹਾ। ਹੁਣ ਤੀਰਥ ਸਿੰਘ ਰਾਵਤ ਹੁਣੀ ਕੀ ਕਹਿ ਰਹੇ ਆ, ਕਹਿੰਦੇ ਜਿੱਦਾਂ ਰਾਮ ਨੇ ਚੰਗੇ ਕੰਮ ਕੀਤੇ ਸੀ, ਅੱਜ ਲੋਕੀ ਉਹਨੂੰ ਭਗਵਾਨ ਮੰਨਦੇ ਆ, ਇੱਦਾਂ ਹੀ ਜਿਹੜੇ ਨਰਿੰਦਰ ਮੋਦੀ ਜੀ ਆ ਉਹ ਚੰਗੇ ਕੰਮ ਕਰਦੇ ਆ ਤੇ ਇਹ ਵੀ ਭਗਵਾਨ ਹੀ ਬਣ ਗਏ ਆ। ਪਰ ਮੈਨੂੰ ਕੋਈ ਇੱਦਾਂ ਦੀ ਦੂਰ ਭਵਿੱਖ ਦੇ ਵਿੱਚ ਵੀ ਆਸ ਨਹੀਂ ਲੱਗਦੀ ਵੀ ਮੋਦੀ ਹੁਣੀ ਲੋਕਾਂ ਦੇ ਭਗਵਾਨ। ਹਾਂ, ਰਾਵਤ ਹੋਰਾਂ ਦੇ ਹੋ ਸਕਦੇ ਆ, ਜਾਂ ਕੁਛ ਇਹੋ ਜਿਹੇ ਹੋਰ ਲੋਕਾਂ ਦੇ ਹੋ ਸਕਦੇ ਆ ਭਗਵਾਨ। ਪਰ ਜੇ ਆਪਾਂ ਕਹੀਏ ਵੀ ਸਮੁੱਚੇ ਭਾਰਤ ਵਰਸ਼ ਦੇ ਲੋਕਾਂ ਦੇ ਮੋਦੀ ਸਾਹਿਬ ਭਗਵਾਨ ਹੋਣਗੇ, ਤਾਂ ਜੋ ਅੱਜ RSS ਜਾਂ ਭਾਜਪਾ ਇਤਿਹਾਸ ਲਿਖ ਰਹੀ ਆ, ਉਹ ਆਉਣ ਵਾਲੇ 100 ਸਾਲਾਂ 'ਚ ਅਜਿਹਾ ਹੀ ਹੋਵੇਗਾ ਜੋ ਇਹ ਚਾਹੁੰਦੇ ਆ। ਅਜਿਹਾ ਸੰਭਵ ਨਹੀਂਗਾ। ਪਰ ਪਿਛਲੇ ਸਮੇਂ 'ਚ JP ਨੱਡਾ ਸਾਹਿਬ ਵੀ ਕਹਿੰਦੇ ਸੀ, ਕਹਿੰਦੇ ਮੋਦੀ ਸਾਹਿਬ ਤੇ ਭਗਵਾਨਾਂ ਦੇ ਵੀ ਨੇਤਾ ਆ ਜੀ। ਇਹ ਬਸ ਇਹ ਜਾਣੀ ਕਿ ਇਹ ਤੋਂ ਪਰੇ ਕੁਛ ਨਹੀਂ ਕਿਹਾ ਜਾ ਸਕਦਾ। ਔਰ ਮੈਨੂੰ ਲੱਗਦਾ ਵੀ ਇਹ ਗੱਲ ਡਿਸਕਸ ਕਰਨ 'ਚ ਵੀ ਕੋਈ ਮੈਨੂੰ ਲੱਗਦਾ ਵੀ ਕੋਈ ਤੁਕ ਨਹੀਂ ਬਣਦੀ ਹੈ ਨਾ, ਕਿਉਂਕਿ ਇਹੋ ਜਿਹੇ ਬੇਤੁਕੇ ਬਿਆਨ BJP ਵਾਲੇ ਦੇ ਸਕਦੇ ਆ, BJP ਵਾਲੇ ਦੇ ਸਕਦੇ ਨੇ, ਠੀਕ ਹੈ ਜੀ। ਸੋ ਉਹੋ ਹੀ ਦੇਸ਼ ਭਗਤ ਰਹਿ ਗਏ, ਉਹੋ ਹੀ ਹੁਣ ਭਗਵਾਨ ਬਣਨਗੇ। ਬਾਕੀ ਸਾਰਾ ਜਿਹੜਾ ਭਾਰਤ ਦੇ ਦੇਸ਼ ਦੇ ਲੋਕ ਆ ਉਹ ਦੇਸ਼ ਧਰੋਹ ਨੇ। ਤਾਂ ਜਿਹੜਾ ਕੋਈ ਹੁਣ ਤਾਂ ਅਦਾਲਤਾਂ ਵੀ ਕਹਿਣ ਲੱਗ ਪਈਆਂ ਵੀ ਵੱਖਰੀ ਵਿਚਾਰਧਾਰਾ ਰੱਖਣਾ ਕੋਈ ਦੇਸ਼ ਧਰੋਹ ਨਹੀਂ ਹੁੰਦਾ, ਠੀਕ ਆ। ਫਰੂਕ ਅਬਦੁੱਲਾ ਦੇ ਮਸਲੇ 'ਚ, ਦਿਸ਼ਾ ਰਵੀ ਦੇ ਮਸਲੇ ਦੇ ਵਿੱਚ ਅਦਾਲਤਾਂ ਨੇ ਐਨ ਠੋਕ ਕੇ ਜਦੋਂ ਫੈਸਲਾ ਦੇਣਾ ਹੁੰਦਾ ਨਾ, ਡਾਂਕੇ ਦੀ ਚੋਟ ਤੇ ਕਿਹਾ। ਤੇ ਅਜੇ ਤੱਕ ਵੀ ਭਗਵਾਨ ਹੀ ਕਹੀ ਜਾਂਦੇ ਆਪਾਂ ਆਪਣੇ ਆਗੂਆਂ ਨੂੰ। ਅੱਛਾ, ਦਿੱਲੀ ਸਰਕਾਰ ਜਿਹੜੀ ਹੈਗੀ ਆ ਬਹੁਮਤ ਨਾਲ ਆਈ, ਦੂਜੀ ਵਾਰ ਆਈ। ਇਹਨਾਂ ਨੇ ਜ਼ੋਰ ਲਾ ਲਿਆ, ਪਹਿਲਾਂ LG ਜਿਹੜੇ ਹੋਣ ਵਾਲੇ LG ਇਹਨਾਂ ਤੋਂ ਬੈਜਲ ਸਾਹਿਬ ਪਹਿਲੇ ਲੈਫਟੀਨੈਂਟ ਗਵਰਨਰ ਸੀ, ਠੀਕ ਆ। ਹੁਣ ਇਹਨਾਂ ਨੇ ਜਦੋਂ ਕੋਰਟ ਨੇ ਕਹਿ ਦਿੱਤਾ ਵੀ ਜਿਹੜੀ ਚੁਣੀ ਹੋਈ ਸਰਕਾਰ ਆ ਉਹੀ ਮੁੱਖ ਸਰਕਾਰ ਹੁੰਦੀ ਹੈ ਜੀ, ਹੁਣ ਇਹੋ ਅਮੈਂਡਮੈਂਟਸ ਲੈ ਕੇ ਆ ਰਹੇ ਆ ਲੋਕ ਸਭਾ ਦੇ ਵਿੱਚ, ਤਾਂ ਕਿ ਕਿਉਂਕਿ ਇਹਨਾਂ ਨੇ ਕੈਬਨਿਟ ਨੇ ਉਹ ਪਾਸ ਕਰ ਦਿੱਤੀਆਂ, ਉਹ ਇਸ ਹਿਸਾਬ ਦੀਆਂ ਅਮੈਂਡਮੈਂਟ ਹੈ ਕਿਉਂਕਿ ਦਿੱਲੀ ਇੱਕ ਅਧੂਰਾ ਰਾਜ ਆ, ਆਪਾਂ ਸਾਰਿਆਂ ਨੂੰ ਪਤਾ ਹੈ। ਬਿਲਕੁਲ। ਹੁਣ ਇਹ ਉਹ ਕਰ ਰਹੇ ਆ ਵੀ ਭਾਈ LG ਦੀ ਪਰਮਿਸ਼ਨ ਤੋਂ ਬਿਨਾਂ
ਦਿੱਲੀ 'ਚ ਕੁਝ ਨਹੀਂ ਹੋਏਗਾ ਜੀ। ਤੇ ਫਿਰ ਇਹ ਰੋਜ਼ ਲੋਕਤੰਤਰ ਦੀ ਦੁਹਾਈ ਵੀ ਹਾਲੇ ਕੱਲ ਪਰਸੋਂ ਜਿਹੜਾ ਉਹ ਆਪਣੇ 4 ਦੇਸ਼ਾਂ ਦਾ ਮੀਟਿੰਗ ਸੀਗੀ, ਉੱਥੇ ਮੋਦੀ ਸਾਹਿਬ ਕਹਿ ਰਹੇ ਸੀਗੇ ਵੀ ਅਸੀਂ ਡੈਮੋਕ੍ਰੈਟਿਕ ਵੈਲਿਊਜ਼ ਰਹਿ ਕਿੱਥੇ ਗਈਆਂ ਫਿਰ ਜਦ ਤੁਸੀਂ ਲੋਕਾਂ ਦੇ ਚੁਣੇ ਹੋਏ ਇਹਨੂੰ ਮੰਨਣਾ ਹੀ ਨਹੀਂ। ਜਿਹੜੇ ਕਿਸੇ ਸੂਬੇ ਦਾ ਰਾਜਪਾਲ ਆ ਨਾ, ਉਹ ਸੰਵਿਧਾਨਿਕ ਮੁਖੀ ਹੁੰਦਾ। ਬਿਲਕੁਲ। ਜਿਵੇਂ ਰਾਸ਼ਟਰਪਤੀ ਸੰਵਿਧਾਨਿਕ ਮੁਖੀ ਆ ਤੇ ਕਾਰਜਕਾਰੀ ਪਾਵਰਾਂ ਜਿੰਨੀਆਂ ਐਗਜ਼ੀਕਿਊਟਿਵ ਪਾਵਰਾਂ ਹੁੰਦੀਆਂ ਨੇ ਉਹ ਸਾਰੀਆਂ ਪ੍ਰਧਾਨ ਮੰਤਰੀ ਕੋਲ ਹੁੰਦੀਆਂ, ਠੀਕ ਹੈ। ਇਸੇ ਤਰ੍ਹਾਂ ਕਿਸੇ ਸੂਬੇ ਦਾ ਜਿਹੜਾ ਚੁਣਿਆ ਹੋਇਆ ਮੁੱਖ ਮੰਤਰੀ ਆ ਲੋਕਾਂ ਦੀਆਂ ਵੋਟਾਂ ਨਾਲ, ਬਿਲਕੁਲ, ਉਹ ਅਸਲੀ ਕਾਰਜਕਾਰੀ ਮੁਖੀ ਸੂਬੇ ਦਾ ਮੁੱਖ ਮੰਤਰੀ ਹੁੰਦਾ ਤੇ ਗਵਰਨਰ ਨਹੀਂ, ਰਾਜਪਾਲ ਨਹੀਂ। ਬਿਲਕੁਲ। ਪਹਿਲੇ ਗਵਰਨਰ ਨੇ ਵੀ ਬਹੁਤ ਰੇੜਕਾ ਪਾ ਕੇ ਰੱਖਿਆ, ਹੁਣ ਵਾਲਿਆਂ ਨੇ ਵੀ ਪਾਇਆ ਹੋਇਆ, ਠੀਕ ਹੈ। ਸੋ ਇਹ ਤਾਂ ਜਿਹੜਾ ਇਸ ਵੇਲੇ ਕੇਜਰੀਵਾਲ ਸਾਹਿਬ, ਅਰਵਿੰਦ ਕੇਜਰੀਵਾਲ ਹੋਰਾਂ ਦੇ ਪਰ ਕੁਤਰਨ ਦੀਆਂ ਤਿਆਰੀਆਂ ਕਰ ਰਹੇ ਆ, ਕਿਉਂਕਿ ਇਸ ਵੇਲੇ ਜੇ ਪੂਰੇ ਦੇਸ਼ ਵਿੱਚ ਆਪਾਂ ਕੋਈ ਮਿਸਾਲ ਦੇਣੀ ਹੋਵੇ ਨਾ, ਬਿਲਕੁਲ, ਭਈ ਲੋਕਾਂ ਦਾ ਵੈਲਫੇਅਰ ਕੀ ਹੁੰਦਾ, ਸਰਕਾਰਾਂ ਕਿਵੇਂ ਲੋਕਾਂ ਦੀ ਭਲਾਈ ਕਰ ਸਕਦੀਆਂ ਆ, ਤੇ ਉਹ ਦਿੱਲੀ ਨੂੰ ਆਪਾਂ ਉਦਾਹਰਣ ਦੇ ਸਕਦੇ ਹਾਂ। ਪੂਰੀ ਦੁਨੀਆ ਉਹਦੀ ਉਦਾਹਰਣ ਦਿੰਦੀ ਆ ਵੀ ਕਿੱਦਾਂ ਇੱਕ ਮੁੱਖ ਮੰਤਰੀ ਲੋਕਾਂ ਦੀ ਜਿਹੜੀ ਆ ਜ਼ਿੰਦਗੀ ਬਦਲ ਕੇ ਰੱਖ ਦਿੰਦਾ। ਸਕੂਲ ਜਿਹੜੇ ਆ ਉਹ ਪਬਲਿਕ ਸਕੂਲਾਂ ਤੋਂ ਬਿਹਤਰ ਨੇ, ਹਸਪਤਾਲਾਂ ਦੇ ਵਿੱਚ ਸਕੈਨਿੰਗ, ਦਵਾਈਆਂ ਮੁਫਤ ਆ, ਬੱਸਾਂ ਦਾ ਸਫ਼ਰ ਮੁਫਤ ਆ, ਬਿਜਲੀ ਪਾਣੀ ਮੁਫਤ ਆ। ਬਿਲਕੁਲ, ਲੋਕਾਂ ਦੀਆਂ ਇਹ ਮੁੱਖ ਲੋੜਾਂ ਹੁੰਦੀਆਂ ਨਾ। ਜੀ ਜੀ, ਠੀਕ ਹੈ। ਫਿਰ ਕਰਪਸ਼ਨ ਜੇ 100% ਨਹੀਂ ਐਰੈਡੀਕੇਟ ਹੋਈ ਤਾਂ ਘੱਟੋ ਘੱਟ 50% ਤੋਂ ਜ਼ਿਆਦਾ ਕਰਪਟ ਸਿਸਟਮ ਨੂੰ ਵੀ ਉਹਨੇ ਠੀਕ ਕੀਤਾ ਹੈਗਾ। ਪੁਲਿਸ ਜਿਹੜੀ ਆ ਉਹ ਇਹਨਾਂ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦੀ, ਉਹ ਕੇਂਦਰ ਸਰਕਾਰ ਨੇ ਆਪਣੇ ਕੋਲ ਰੱਖੀ ਹੋਈ ਆ। ਦਿੱਲੀ ਏਅਰਪੋਰਟ ਤੇ ਹੱਦਾਂ ਤੇ ਦਿੱਲੀ ਦੀਆਂ ਤੇ ਅੱਜ ਵੀ ਨਾਕੇ ਲਾ ਕੇ ਪੁਲਿਸ ਲੋਕਾਂ ਨੂੰ ਪੈਸੇ ਲੈ ਰਹੇ ਆ, ਸੇਬਾਂ ਜਿਹੜੇ ਦੂਸਰੇ ਸੂਬਿਆਂ ਤੋਂ ਆਉਂਦੇ ਆ ਉਹਨਾਂ ਤੋਂ ਪੈਸੇ ਲੈਂਦੇ ਆ, ਔਰ ਕੋਈ ਸੁਣਵਾਈ ਨਹੀਂ, ਕਿਉਂਕਿ ਉਹ ਕੇਂਦਰ ਦੀ ਭਾਜਪਾ ਹਕੂਮਤ ਦੇ ਅਧੀਨ ਆਉਂਦੀ ਹੈਗੀ ਆ। ਸੋ ਇਸ ਕਰਕੇ ਇਹ ਜਿਹੜਾ ਉਹਨਾਂ ਦੀਆਂ ਸ਼ਕਤੀਆਂ ਸੀਮਤ ਕਰਨੀਆਂ, ਇਹ ਵੀ ਸੰਵਿਧਾਨ ਦੀ ਸੰਘੀ ਨੱਪਣ ਦੇ ਤੋਲਿਆ। ਸਾਡੇ ਸੰਵਿਧਾਨ ਦੇ ਇਹ ਸਾਰਾ ਕੁਝ ਉਲਟ ਜਾ ਕੇ ਹੋ ਰਿਹਾ। ਕੱਲਾ ਦੇਖੋ ਸੰਵਿਧਾਨਕ ਢਾਂਚੇ ਨੂੰ ਇਸ ਵੇਲੇ ਜਿਹੜੀ ਢਾਹ ਲਾਈ ਜਾ ਰਹੀ ਆ, ਔਰ ਜਿਹੜਾ ਬੁੱਧੀਜੀਵੀ ਵਰਗ ਆ ਦੇਸ਼ ਦਾ ਇਸੇ ਗੱਲ ਦਾ ਰੌਲਾ ਪਾ ਰਿਹਾ, ਕਾਨੂੰਨਦਾਨ ਇਸ ਗੱਲ ਦਾ ਰੌਲਾ ਪਾ ਰਹੇ ਆ। ਤੇ ਜਿਹੜਾ ਹੁਣ ਦਿੱਲੀ ਲੈਫਟੀਨੈਂਟ ਗਵਰਨਰ ਨੂੰ ਪਾਵਰਾਂ ਦੇਣੀਆਂ, ਅਸਲ 'ਚ ਅਮਿਤ ਸ਼ਾਹ ਆਪ ਰਾਜ ਕਰਨਾ ਚਾਹੁੰਦੇ ਆ। ਲੈਫਟੀਨੈਂਟ ਗਵਰਨਰ ਤੇ ਬੇਸਿਕਲੀ ਜੋ ਗ੍ਰਹਿ ਮੰਤਰੀ ਨੇ ਕਹਿਣਾ, ਔਰ ਇਹ ਸਾਰੇ ਜਿੰਨੇ ਰਾਜਪਾਲ ਹੁੰਦੇ ਆ, ਇਹ ਸਾਰੇ ਜਿਹੜੀ ਕੇਂਦਰ ਦੀ ਹਕੂਮਤ ਹੁੰਦੀ ਆ ਉਹਦੇ ਹੀ ਆਮ ਤੌਰ ਤੇ ਮਤਲਬ ਥਾਪੇ ਹੋਏ ਹੁੰਦੇ ਆ। ਜਿਹੜੇ ਕੋਈ ਇੱਕ ਅੱਧੇ ਮਜਬੂਰੀ ਵਸ ਲਾਏ ਜਾਂਦੇ ਆ, ਸਤਿਆਪਾਲ ਮਲਕ ਵਰਗੇ, ਉਹ ਫਿਰ ਇਹਨਾਂ ਨੂੰ ਖਰੀਆਂ ਵੀ ਸੁਣਾ ਕੇ ਜਾਂਦੇ ਆ, ਜਿਵੇਂ ਉਹਨਾਂ ਨੇ ਕੱਲ ਪਰਸੋਂ ਬਾਗਪਤ ਵਾਲੀ ਰੈਲੀ ਦੇ ਵਿੱਚ ਸੁਣਾਈਆਂ, ਕੇਂਦਰ ਸਰਕਾਰ ਨੂੰ ਸੁਣਾਈਆਂ ਹੈਗੀਆਂ। ਅੱਛਾ, ਚਲੋ ਆਪਾਂ ਹੁਣ ਇੱਕ ਚੰਗੀ ਖਬਰ ਦੀ ਗੱਲ ਕਰਦੇ ਹਾਂ। ਕਨੈਕਟੀਕਟ USA ਜੀ, ਉੱਥੋਂ ਇੱਕ ਚੰਗੀ ਖਬਰ ਆਈ ਆ ਸਿੱਖ ਧਰਮ ਬਾਰੇ। ਜੀ, ਉਹ ਐ ਆ ਭਈ 11 ਮਾਰਚ ਜਿਹੜਾ ਆ ਉਹਨੂੰ ਜਿਹੜਾ ਸਿੱਖ ਫਲੈਗ ਡੇ ਵਜੋਂ ਨਿਸ਼ਾਨ ਸਾਹਿਬ ਦਾ ਦਿਵਸ ਵਜੋਂ ਮਨਾਇਆ ਜਾਏਗਾ। ਕਨੈਕਟੀਕਟ ਇੱਕ ਵੱਡਾ ਸੂਬਾ ਆ ਅਮਰੀਕਾ ਦਾ, ਔਰ 14 ਮਾਰਚ ਨੂੰ ਨਵਾਂ ਸਾਲ ਜਿਹੜਾ ਉਹ ਸਿੱਖਾਂ ਦਾ ਮਨਾਇਆ ਜਾਇਆ ਕਰੇਗਾ, ਪਹਿਲੀ ਚੇਤ। ਠੀਕ ਹੈ। ਇਹ ਸਿੱਖਾਂ ਲਈ, ਸਿੱਖ ਧਰਮ ਲਈ, ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਆ ਵੀ ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ ਦੇ ਇੱਕ ਸੂਬੇ ਵਿੱਚ ਜਿਹੜਾ ਸਿੱਖ ਫਲੈਗ ਡੇ ਜਿਹੜਾ ਉਹ ਮਿੱਥਿਆ ਜਾਵੇ। ਠੀਕ ਹੈ। ਦੂਸਰੀ ਗੱਲ, ਇਹ ਉਹੀ ਸਿੱਖਾਂ ਦਾ ਝੰਡਾ ਆ ਜਿਹਦੀ ਅਗਵਾਈ ਦੇ ਵਿੱਚ ਦਿੱਲੀ ਨੂੰ ਮੁਗਲਾਂ ਦੇ 19 ਵਾਰ ਫਤਿਹ ਕੀਤਾ ਜੀ। ਇਹ ਉਹੀ ਬਘੇਲ ਸਿੰਘ ਨੇ ਇਹੀ ਝੰਡਾ ਲਾਲ ਕਿਲੇ ਤੇ ਜਾ ਕੇ ਚੜਾਇਆ ਸੀ ਜੀ। ਠੀਕ ਆ। ਪਿਛਲੇ ਦਿਨੀ 26 ਜਨਵਰੀ ਦੀਆਂ ਘਟਨਾਵਾਂ ਤੇ ਕੁਛ ਸਾਡੇ ਜੋਸ਼ੀਲੇ ਨੌਜਵਾਨ ਜੇ ਉੱਥੇ ਝੰਡਾ ਚੜਾ ਵੀ ਦਿੱਤਾ ਗਿਆ ਤਾਂ ਉਹਦੇ ਲਈ ਕਿੰਨਾ ਦੇਸ਼ ਦੇ ਵਿੱਚ ਬਾਬੇੜਾ ਖੜਾ ਕੀਤਾ ਗਿਆ ਸਾਡੇ ਹਾਕਮਾਂ ਵੱਲੋਂ। ਇਸ ਝੰਡੇ ਦੇ ਵਿੱਚ ਕੀ ਬੁਰਾਈ ਆ? ਇਸ ਝੰਡੇ ਦੀ ਅਗਵਾਈ ਵਿੱਚ ਹਿੰਦੂਆਂ ਦੀਆਂ ਔਰਤਾਂ ਨੂੰ ਜਦੋਂ ਉਧਾੜ ਕੇ ਲੈ ਜਾਂਦੇ ਸੀ ਗਜਨੀ ਵਰਗੇ ਤਾਂ ਛਡਾ ਕੇ ਲਿਆਉਂਦੇ ਸੀ। ਠੀਕ ਹੈ। ਤੇ ਅੱਜ ਇਹ ਝੰਡਾ ਜਿਹੜਾ ਆ, ਅੱਜ ਜਿਹੜਾ ਖਾਲਸਾਈ ਜਿਹੜੇ ਨਿਸ਼ਾਨ ਨੇ ਉਹ ਸਾਡੇ ਹਾਕਮਾਂ ਦੀਆਂ ਅੱਖਾਂ 'ਚ ਰੜਕ ਰਹੇ ਆ ਜੀ। ਤੇ ਇਹ ਜਿਹੜਾ ਅਮਰੀਕਾ ਦੇ ਵਿੱਚ ਝੰਡਾ ਦਿਵਸ ਤੇ ਜਿਹੜਾ ਨਵਾਂ ਸਾਲ ਪਹਿਲੀ ਚੇਤ ਨੂੰ 14 ਮਾਰਚ ਹਰ ਸਾਲ, ਇਹ ਬਹੁਤ ਵੈਲਕਮ ਜਿਹੜਾ ਜੈਸਚਰ ਆ ਉਸ ਸਰਕਾਰ ਦਾ। ਤੇ
ਸਾਡੇ ਹਾਕਮਾਂ ਨੂੰ ਵੀ ਇਹਦੇ ਤੋਂ ਕੁਝ ਸਿੱਖਣਾ ਚਾਹੀਦਾ ਜੀ। ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ। ਅਗਲੇ ਪ੍ਰੋਗਰਾਮ ਤੱਕ ਇਜਾਜ਼ਤ ਦਿਓ। ਸਤੀ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।